ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਾ ਲਾਗੇ ਉਠ ਨਾਮ ਜਪ ਨਿਸਬਾ ਸੁਰ ਆਰਾਧ ਕਾਰਾ ਤੁਝੇ ਨ ਵਿਆਪਈ ਨਾਨਕ ਮਿਟੈ ਉਪਾਧ ਕਾਰਾ ਤੁਝੇ ਨ ਵਿਆਪਈ ਨਾਨਕ ਮਿਟੈ ਉਪਾਧ ਜੁਗੋ ਜੁਗ ਅਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਪਾਤਸ਼ਾਹ ਜੀ ਦੀ ਅਪਾਰ ਮਿਹਰਾਮਤ ਬਖਸ਼ਿਸ਼ ਸਵੇਰ ਸਮੇਂ ਅਸੀਂ ਸਤਸੰਗਤ ਦੇ ਪਲ ਪ੍ਰਾਪਤ ਕਰ ਰਹੇ ਹਾਂ। ਚੱਲ ਰਹੇ ਪ੍ਰਭਾਤ ਸਮੇਂ ਦੇ ਦੀਵਾਨ ਵਿੱਚ ਆਸਾ ਕੀ ਵਾਰ ਦੇ ਸੰਪੂਰਨ ਕੀਰਤਨ ਤੋਂ ਉਪਰੰਤ ਅਸੀਂ ਅਰਦਾਸ ਦੀ ਸ਼ਮੂਲੀਅਤ ਦੇ ਨਾਲ ਅੱਜ ਦਾ ਗੁਰਬਚਨ ਗੁਰਵਾਕ ਹੁਕਮਨਾਮਾ ਗਿਆਨੀ ਜੀ ਹੋਰਾਂ ਤੋਂ ਸਰਵਨ ਕੀਤਾ ਹੈ। ਬਾਣੀ ਰੂਪ ਵਿੱਚ ਆਪ ਜੀ ਨੇ ਪਾਠ ਸਰੋਤ ਪਾ ਲਿਆ ਹੈ। ਹੁਣ ਅਗਲੇ ਬਣਦੇ ਸਮੇਂ ਵਿੱਚ ਇਹਨਾਂ ਹੀ ਗੁਰਬਚਨਾਂ ਦੀ ਵਿਆਖਿਆ ਕਰਨ ਦਾ ਯਤਨ ਕਰਾਂਗੇ। ਆਓ ਸਭ ਤੋਂ ਪਹਿਲਾਂ ਮਰਿਆਦਿਤ ਢੰਗ ਦੇ ਨਾਲ ਵਿਚਾਰ ਪ੍ਰਾਰੰਭ ਕਰੀਏ। ਸਭ ਪ੍ਰੇਮ ਫਤਿਹ ਬੁਲਵਾਈ ਫਤਿਹ ਬੁਲਾਈ ਪ੍ਰਵਾਨ ਕਰ ਲੈਣੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਬਚਨ ਰਾਗ ਧਨਾਸਰੀ ਦੀ ਰਚਨਾ ਹੈ। ਮਹਲਾ ਤੀਜਾ ਗੁਰੂ ਅਮਰਦਾਸ ਸਾਹਿਬ ਇਹਦੇ ਉਚਾਰਨ ਕਰਨ ਵਾਲੇ ਨੇ। ਸਮੁੱਚਾ ਸਿਰਨਾਮਾ ਇਸ ਸ਼ਬਦ ਦਾ ਬਣਦਾ ਹੈ ਧਨਾਸਰੀ ਮਹਲਾ ਤੀਜਾ ਕਰ ਦੂਜਾ ਚੌਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ। ਰਾਗ ਧਨਾਸਰੀ ਵਿੱਚ ਗੁਰੂ ਅਮਰਦਾਸ ਸਾਹਿਬ ਦੁਆਰਾ ਉਚਿਤ ਕੀਤੀ ਗਈ ਪਾਵਨ ਬਾਣੀ ਚੌਪਦਿਆਂ ਦੀ ਰਚਨਾ ਹੈ। ਇਸ ਵਿੱਚ ਦੂਸਰੇ ਘਰ ਵਿੱਚ ਗਾਉਣ ਦੀ ਹਿਦਾਇਤ ਹੈ। ਇਸ ਨੂੰ ਇੱਕ ਓਂਕਾਰ ਸਤਿਗੁਰ ਪ੍ਰਸਾਦ ਇਸ਼ਟ ਦਾ ਮੰਗਲ ਹੈ। ਮੂਲ ਮੰਤਰ ਦਾ ਸੰਕਸ਼ਿਪਤ ਸਵਰੂਪ ਜੋ ਕਿ ਸੈਂਕੜੇ ਵਾਰ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਹੈ। ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਓਂਕਾਰ ਹੈ, ਅਵਿੱਥ ਇੱਕ ਰਸ ਲਗਾਤਾਰਤਾ ਨਾਲ ਵਿਆਪ ਰਿਹਾ ਹੈ ਅਤੇ ਜਿਸ ਦੀ ਪ੍ਰਾਪਤੀ ਜਾਂ ਸਿੱਧੀ ਸਤਿਗੁਰ ਪ੍ਰਸਾਦ ਸੱਚੇ ਗੁਰੂ ਦੀ ਨਵਾਜ਼ਿਸ਼ ਨਾਲ ਬਖਸ਼ਿਸ਼ ਨਾਲ ਹੋ ਸਕਦੀ ਹੈ। ਰਹਾਉ ਦਾ ਪਦਾ ਇਸ ਪਾਵਨ ਗੁਰ ਸ਼ਬਦ ਦਾ ਸਾਹਿਬ ਜ਼ਿਕਰ ਕਰਦੇ ਸੇ ਤਨਵੰਤ ਹਰ ਨਾਮ ਲਿਵ ਲਾਏ ਗੁਰ ਪੂਰੈ ਹਰ ਤਨ ਪ੍ਰਗਾਸਿਆ ਹਰ ਕਿਰਪਾ ਤੇ ਵਸੈ ਮਨ ਆਏ। ਰਹਾਉ ਸੇ ਤਨਵੰਤ ਹਰ ਨਾਮ ਲਿਵ ਲਾਏ। ਇਹਦੇ ਅੰਦਰ ਧਨ ਦੀ ਤੇ ਧਨਵਾਨ ਹੋਣ ਦੀ ਗੁਰੂ ਮਹਾਰਾਜ ਨੇ ਬਾਤ ਪਾਈ ਹੈ। And I'm saying baat pai hai, that mean Maharaj is using this terminology as a metaphor. In reality, Babaji teaches us spirituality, but by using the examples of wealth or wealthy kind of ਜੋ ਸੀ ਧਰਤੀ ਦੇ ਉੱਤੇ ਅਮੀਰੀ ਜਾਂ ਅਮੀਰੀਅਤ ਦੀ ਇਜ਼ਹਾਰੀਅਤ ਨੂੰ ਮੰਨਦੇ ਹਾਂ,
ਉਸ ਨੂੰ ਗੁਰੂ ਬਾਬਾ ਜੀ ਨੇ ਯੂਜ਼ ਕੀਤਾ, ਪਰ ਉਹਦੇ ਜ਼ਰੀਏ ਅਸਲ ਅਮੀਰ ਹੋਣਾ, ਅਸਲ ਵੈਲਥੀ ਹੋਣਾ, ਅਸਲ ਰਿਚ ਹੋਣਾ, ਉਸ ਨੂੰ ਬਿਆਨ ਕੀਤਾ। ਹੁਣ ਇਹਦੇ 'ਚ ਇਹ ਹੈ ਜੇ ਮੈਂ ਅਜੇ ਹੁਣੇ ਹੀ ਵਰਡ ਯੂਜ਼ ਕੀਤਾ ਮੈਟਾਫੋਰ ਮੀਨ ਰੂਪਕ। ਇਹ ਰੂਪਕ ਗੁਰੂ ਸਾਹਿਬ ਬਾਣੀ 'ਚ ਅਕਸਰ ਯੂਜ਼ ਕਰਦੇ ਨੇ ਹਰ ਇੱਕ ਚੀਜ਼ ਨੂੰ ਐਕਸਪਲੇਨ ਕਰਨ ਵਾਸਤੇ। ਉਹਦਾ ਵੱਡਾ ਕਾਰਨ ਵੀ ਇਹ ਹੈ ਕਿ ਸਾਡੀ ਮਾਨਸਿਕਤਾ ਦੇ ਵਿੱਚ ਕੁਛ ਚੀਜ਼ਾਂ ਇਤਨੀਆਂ ਜ਼ਿਆਦਾ ਗਹਿਰੇ ਤਲ 'ਤੇ ਵਸੀਆਂ ਹੋਈਆਂ ਨੇ ਕਿ ਉਹਨਾਂ ਦੀ ਐਗਜ਼ਾਮਪਲ ਯੂਜ਼ ਕਰਕੇ ਹੀ ਅਸੀਂ ਕਿਸੇ ਹੋਰ ਚੀਜ਼ ਨੂੰ ਸਮਝ ਸਕਦੇ ਹਾਂ। ਜਿਵੇਂ ਬਹੁਤ ਸਿੰਪਲ ਬਾਤ, we really want to teach our kids or our actually small ones alphabets, but they're not familiar with A, B, C, D or Uda, Eda, Ed, Sassa, Ha, Ha. Then what do? We show them some pictures. One, because they are familiar with pictures. Once they see the picture, then we try to show them some signs and as well as to actually teach them some sounds which are related with those pictures, such as apple. ਇਵੇਂ ਸਪੈਲ ਹੁੰਦਾ ਇਸ ਤਰੀਕੇ ਦੇ ਨਾਲ। ਇਹ ਮੈਟਾਫੋਰ ਆ। ਉੱਥੇ ਉਹਨਾਂ ਨੂੰ ਪਿਕਚਰਸ ਵਿਖਾਉਣ ਦਾ ਮਾਇਨਾ ਨਹੀਂ ਹੈਗਾ, ਪਿਕਚਰਸ ਨਾਲ ਜੋੜਨ ਦਾ ਮਾਇਨਾ ਨਹੀਂ ਹੈਗਾ। ਉੱਥੇ ਜੋੜਨ ਕਿਹਦੇ ਨਾਲ ਹੈ? ਉਹਨਾਂ ਅਲਫਾਬੈਟਸ ਦੇ ਨਾਲ, ਉਹਨਾਂ ਸਾਊਂਡਸ ਦੇ ਨਾਲ, ਉਹਦੇ ਪਿੱਛੇ ਪਈ ਹੋਈ ਲਿਟਰੇਸੀ ਦੇ ਨਾਲ। ਗੁਰੂ ਬਾਬਾ ਜੀ ਵੀ ਧਨ ਦੀ ਗੱਲ ਕਰਦੇ ਨੇ ਇਹਦੇ ਵਿੱਚ। ਮਹਾਰਾਜ ਜੀ ਦਾ ਮੇਨ ਮਕਸਦ ਇਹਦੇ ਵਿੱਚ ਸਾਨੂੰ ਜਿਹੜੀ ਆ ਦੁਨੀਆਦਾਰੀ ਦੀ ਵੈਲਥ ਆ, ਸਰਮਾਇਆ ਆ, ਇਹ ਐਸੈਟਸ ਆ, ਇਹਨਾਂ ਦੀ ਗਲੋਰੀ ਪ੍ਰੈਜ਼ੈਂਟ ਕਰਨਾ ਨਹੀਂ ਹੈਗਾ। ਗੁਰੂ ਬਾਬਾ ਜੀ ਇਸ ਸਾਰੀ, ਕਿਉਂਕਿ ਗਲੋਰੀ ਸਾਨੂੰ ਸਮਝ ਆਉਂਦੀ ਹੈ, ਵੀ ਆਰ ਆਲ ਫੈਮਿਲੀਅਰ ਵਿਦ ਆਲ ਦੀਸ ਥਿੰਗਸ। ਬਾਬਾ ਜੀ ਨੂੰ ਯੂਜ਼ ਕਰਦੇ ਤਾਂ ਕਿ ਸਾਨੂੰ ਸੱਚ ਦਾ ਪਤਾ ਲੱਗੇ, ਹਕੀਕਤ ਦਾ ਪਤਾ ਲੱਗੇ, ਅਸੀਂ ਸਪਿਰਿਚੁਅਲ ਸਾਈਡ ਤੋਂ ਆਪਣੇ ਆਪ ਨੂੰ ਇੱਕ ਤਰ੍ਹਾਂ ਦੇ ਨਾਲ ਸਰਮਾਏਦਾਰ ਕਰ ਸਕੀਏ, ਅਸੀਂ ਸਪਿਰਿਚੁਅਲ ਸਾਈਡ ਤੋਂ ਆਪਣੀ ਅਸਲ ਦੁਨੀਆ ਅਰਨ ਕਰ ਸਕੀਏ। ਜੋ ਇੱਥੇ ਬਚਨ ਆ ਰਿਹਾ ਹੈ, ਸੇ ਧਨਵੰਤ ਹਰ ਨਾਮ ਲਿਵ ਲਾਏ। ਉਹ ਲੋਕ ਧਨਵੰਤ ਨੇ, ਉਹ ਲੋਕ ਵੈਲਥੀ ਨੇ, ਰਿਚ ਨੇ, ਅਮੀਰ ਨੇ, ਹਰ ਨਾਮ ਲਿਵ ਲਾਏ, ਜਿਨ੍ਹਾਂ ਦੀ ਲਿਵ ਨਾਮ ਵਿੱਚ ਲੱਗ ਗਈ ਹੈ। ਹੁਣ ਦਾ ਇਹ ਹੈ ਕਿ ਲਿਵ ਦਾ ਮਾਇਨਾ ਹੀ ਇੱਥੇ ਬਣਦਾ ਹੈ ਬਹੁਤ ਡੀਪ ਲੈਵਲ ਦਾ ਕਨੈਕਸ਼ਨ। ਇਨ ਅ ਵੈਰੀ ਸਿੰਪਲ ਵੇ ਵੀ ਕੈਨ ਸੇ ਦੈਟ ਕਿ ਜਿਸ ਚੀਜ਼ 'ਚ ਸਾਡਾ ਬਹੁਤ ਡੀਪ ਕਨੈਕਸ਼ਨ ਬਣ ਜਾਏ, ਅਤੇ ਜਿਹਦੇ ਨਾਲ ਡੀਪ ਕਨੈਕਸ਼ਨ ਹੋਏ ਉਹ ਕੀ ਹੁੰਦਾ ਹੈ, ਉਹ ਹਰ ਵਕਤ ਸਾਡੀ ਮੈਮਰੀ ਵਿੱਚ ਹੁੰਦੀ ਹੈ ਚੀਜ਼, ਹਰ ਵਕਤ ਸਾਡੀ ਯਾਦ ਵਿੱਚ ਹੁੰਦੀ ਹੈ, ਹਰ ਵਕਤ ਸਾਡੇ ਅਹਿਸਾਸ ਵਿੱਚ ਹੁੰਦੀ ਹੈ, ਐਂਡ ਵੀ ਨੈਵਰ ਐਵਰ ਫੋਰਗੈਟ ਇਟ। ਜਿਹੜਾ ਨਾਮ ਦੀ ਲਿਵ ਆ, ਇਹ ਸੰਸਾਰ ਹੈ, ਇਹਦੇ ਵਿੱਚ ਵਿਚਰਦਿਆਂ ਹੋਇਆਂ ਐਜ਼ ਬੀਇੰਗ ਏ ਹਿਊਮਨ ਸਾਨੂੰ ਕੁਝ ਰੂਲਸ, ਕੁਝ ਅਸੂਲ, ਕੁਝ ਜੀਵਨ ਦੀਆਂ ਚੰਗੀਆਂ ਵੈਲਿਊਜ਼, ਜਿਹੜੀਆਂ ਕਦਰਾਂ ਕੀਮਤਾਂ ਨੇ, ਉਹਨਾਂ ਨੂੰ ਫੋਲੋ ਕਰਨਾ ਚਾਹੀਦਾ। ਹੁੰਦਾ ਇਸ ਤੋਂ ਉਲਟ ਹੈ, ਸਮਾਜ ਵਿੱਚ ਵਿਚਰਦੇ ਹਾਂ, ਆਲੇ ਦੁਆਲੇ ਦਾ ਇਨਫਲੂਐਂਸ ਆਉਂਦਾ ਹੈ, ਕਿਤੇ ਲਾਲਚ, ਕਿਤੇ ਅਹੰਕਾਰ, ਕਿਤੇ ਕ੍ਰੋਧ, ਕਿਤੇ ਈਰਖਾ, ਕਿਤੇ ਦੁਆਖ, ਕਿਤੇ ਡਰ। ਇਹ ਚੀਜ਼ਾਂ ਸਾਨੂੰ ਤੇ ਸਾਡੇ 'ਤੇ ਜ਼ੋਰ ਪਾਉਂਦੀਆਂ। ਇਹਨਾਂ ਦੇ ਜ਼ੋਰ ਦੇ ਜਾਂ ਇਹਨਾਂ ਦੇ ਇਨਫਲੂਐਂਸ ਦੇ ਵਿੱਚ ਅਸੀਂ ਅਮਲ ਕਰਦੇ। ਜਦੋਂ ਅਮਲ ਕਰ ਲੈਂਦੇ, ਕਿਉਂਕਿ ਲੀਡਿੰਗ ਫੋਰਸ ਵਾਜ਼ ਨੋਟ ਰਾਈਟ, ਜਿਹਨੇ ਕਿਹਾ ਕਿ ਤੂੰ ਆਹ ਕੰਮ ਕਰ ਇਸ ਤਰੀਕੇ ਨਾਲ, ਬਾਅਦ ਦੇ ਵਿੱਚ ਉਸ ਕੰਮ ਵਿੱਚੋਂ ਕੌਨਸੀਕੁਐਂਸਿਸ ਨਿਕਲਦੇ, ਸਿੱਟੇ ਨਿਕਲਦੇ, ਰਿਜ਼ਲਟਸ ਨਿਕਲਦੇ। ਡੈਫੀਨੇਟਲੀ ਜੇ ਐਕਟ ਠੀਕ ਨਹੀਂ ਹੈਗਾ ਤੇ ਉਸ ਐਕਟ ਦੇ ਵਿੱਚੋਂ ਜੋ ਰਿਜ਼ਲਟ ਪ੍ਰੋਡਿਊਸ ਹੋਏਗਾ ਉਹ ਕਿਵੇਂ ਠੀਕ ਹੋ ਸਕਦਾ ਆ। ਗੁਰੂ ਗ੍ਰੰਥ ਸਾਹਿਬ ਵਿੱਚ ਅਸੀਂ ਬੜੇ ਸ਼ਬਦ ਪੜ੍ਹਦੇ ਹਾਂ, ਅਕਸਰ ਵਿਚਾਰਦੇ ਵੀ ਹਾਂ। ਮਹਾਰਾਜ ਬਿਆਨ ਕਰਦੇ, ਲੋੜੈ ਦਾਖ ਬਿਜੂਰੀਆਂ, ਕਿੱਕਰ ਬੀਜੈ ਜੱਟ, ਹੰਡੈ ਉਨ ਕਤਾਇਂਦਾ, ਪਹਿੰਦਾ ਲੋੜੈ ਪੱਟ। ਬੰਦਾ ਕਹਿੰਦਾ ਆਈ ਹੈਵ ਰੀਅਲੀ ਗੁੱਡ ਵਿਸ਼ਿਸ, ਆਈ ਰੀਅਲੀ ਵਾਂਟਸ good results,
ਬਾਬਾ ਜੀ ਕਹਿੰਦੇ ਠੀਕ ਹੈ ਭਾਈ, ਵਿਸ਼ਸ ਤੇਰੀਆਂ ਚੰਗੀਆਂ ਹੋਣਗੀਆਂ, ਇਹਦੇ ਨਾਲ ਕੁਛ ਨਹੀਂ ਹੋਣਾ। ਵਾਈ? ਬਿਕੋਜ਼ ਇਫ ਯੂ ਵਾਂਟ ਟੂ ਫੁਲਫਿਲ ਗੁੱਡ ਵਿਸ਼ਸ ਯੂ ਹੈਵ ਟੂ ਡੂ ਗੁੱਡ ਐਕਸ਼ਨਸ। ਉਹਦੇ ਲਈ ਗੁੱਡ ਡੀਡਸ ਹੋਣੀਆਂ, ਉਹੋ ਜਿਹੇ ਗੁਣ ਹੋਣੇ, ਉਹੋ ਜਿਹਾ ਜੀਵਨ ਯਾਪਨ ਹੋਣਾ, ਉਸ ਪਾਸੇ ਦੀ ਬਹੁਤ ਡੀਪ ਲੈਵਲ ਦੀ ਸਮਝ ਹੋਣੀ ਅਤੇ ਉਸ ਸਮਝ ਨਾਲ ਕਨੈਕਸ਼ਨ ਹੋਣਾ, ਇਹ ਬੜਾ ਜ਼ਰੂਰੀ ਹੈ। ਇਹਦੇ ਲਈ ਬੰਦਾ ਕੀ ਕਰੇ? ਬੜੀ ਕੰਪਲੈਕਸਿਟੀ ਹੈ ਭਾਈ, ਕਿਵੇਂ ਸਮਝ ਆਵੇ, ਕਿਵੇਂ ਸਮਝ ਨੂੰ ਫੋਲੋ ਕਰੇ। ਸਾਨੂੰ ਸਿੰਪਲ ਕਿਹਾ, ਨਾਮ ਨੂੰ ਫੋਲੋ ਕਰ। ਨਾਮ ਰੱਬ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ, ਉਹਦੀ ਹੋਂਦ ਦਾ ਅਹਿਸਾਸ, ਉਸ ਹੋਂਦ ਦੇ ਅਹਿਸਾਸ ਵਿੱਚ ਆਇਆ ਹੋਇਆ ਗਿਆਨ, ਜਿਵੇਂ ਗੁਰਬਾਣੀ ਹੈ ਸਾਰੀ, ਸਾਰਾ ਨਾਮ ਹੈ। ਇਸ ਨਾਮ ਵਿੱਚ ਲਿਵ ਲਾ ਲੈ, ਇਸ ਨੂੰ ਅੰਦਰ ਦੀ ਗਹਿਰੀ ਕਸ਼ਿਸ਼ ਦੇ ਨਾਲ, ਅੰਦਰ ਦੀ ਗਹਿਰੀ ਇੱਕ ਜਿਹੜੀ ਇੱਕ ਤਰ੍ਹਾਂ ਦੇ ਨਾਲ ਅਟੈਚਮੈਂਟ ਹੈ, ਉਹ ਬਿਲਡ ਕਰਦਿਆਂ ਹੋਇਆਂ ਇਸ ਨੂੰ ਸਮਝ, ਪੜ੍ਹ, ਫੋਲੋ ਕਰ। ਇਹਦੇ ਨਾਲ ਧਨਵੰਤ ਹੋ ਜਾਏਗਾ, ਅੰਦਰੋਂ ਅਮੀਰ ਹੋ ਜਾਏਗਾ। ਅੰਦਰ ਦੀ ਅਮੀਰੀ ਅਸੀਂ ਅਕਸਰ ਵੇਖਦੇ ਹਾਂ, ਜਿਹਨੂੰ ਅਸੀਂ ਕਹਿੰਦੇ ਹਾਂ ਕੰਟੈਂਟਮੈਂਟ, ਸੰਤੋਖ ਆ ਜਾਣਾ। ਇਹ ਹਾਇਰ ਲੈਵਲ ਆਫ ਰਿਚਨੈਸ ਆ। ਬੰਦਾ ਜਪਜੀ ਸਾਹਿਬ ਪੜ੍ਹੋ, ਬਹੁਤ ਸਿੰਪਲ, ਬੜੀ ਸਰਲ ਸ਼ੁਰੂਆਤ 'ਚ ਗੁਰੂ ਬਾਬਾ ਜੀ ਨੇ ਬਾਤ ਕੀਤੀ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ। ਬੰਦਾ ਇਹ ਸੋਚੇਗਾ ਕਿ ਜਿਹੜਾ ਮਨ ਆ, ਇਸ ਨੂੰ ਜੋ ਮੰਗਦਾ ਇਹਨੂੰ ਦੇਈ ਚੱਲੋ, ਮਿਲ ਜਾਏ, ਅਲਟੀਮੇਟਲੀ ਇਹ ਰੱਜ ਜਾਏਗਾ। ਸਰਮਾਏ ਦੀ ਦੁਨੀਆ ਦੇ ਵਿੱਚ ਆਪਾਂ ਨੇ ਪੁਰਾਣੇ ਡਿਕਟੇਟਰਸ ਦਾ ਨਾਂ ਸੁਣਿਆ, ਰਾਜਿਆਂ ਦਾ ਨਾਂ ਸੁਣਿਆ, ਪਰ ਪੁਰਾਣੇ ਸਮੇਂ ਦੇ ਰਾਜੇ, ਡਿਕਟੇਟਰ, none was that much rich as we can see easily in today's world, so called ਜਿਹੜੇ ਆ ਕਾਰਪੋਰੇਟ ਘਰਾਣੇ ਨੇ, ਕਾਰਪੋਰੇਟ ਵਰਲਡ ਆ ਸਾਰਾ, ਬੜੀ ਆਸਾਨੀ ਨਾਲ ਵੇਖ ਸਕਦੇ ਹੋ ਤੁਸੀਂ। ਇਹ ਸਾਨੂੰ ਇੰਤਹਾ ਹੈ ਸਰਮਾਏ ਦੀ, ਪੈਸੇ ਦੀ, ਸਭ ਚੀਜ਼ਾਂ ਦੀ। ਪਰ ਜਿਹੜੇ ਲੁੱਟ ਦੇ ਮਾਡਲ ਨੂੰ ਇਹ ਫੋਲੋ ਕਰ ਰਹੇ ਨੇ, ਉਹ ਮਤਲਬ ਹਾਲਾਂਕਿ ਇਹਨਾਂ ਲੋਕਾਂ ਦੁਆਰਾ ਵੀ ਫੰਡਡ ਕੀਤੀਆਂ ਗਈਆਂ ਯੂਨੀਵਰਸਿਟੀਜ਼ ਹੁੰਦੀਆਂ ਨੇ, ਐਕੈਡੈਮਿਕਸ ਹੁੰਦੇ ਨੇ, ਉੱਥੇ ਬੈਠੇ ਹੋਏ ਜਿਹੜੇ ਲੋਕ ਥੋੜ੍ਹੇ ਬਹੁਤੇ ਦਾਨਸ਼ਮੰਦ ਹੁੰਦੇ ਨੇ, ਤਾਲੀਮੀ ਹੁੰਦੇ ਨੇ, ਉਹੀ ਲੋਕ ਕਹਿੰਦੇ ਨੇ ਇਹ ਅਨਹਿਊਮਨ ਬਿਹੇਵੀਅਰ ਹੈ, ਇਹ ਅਨਹਿਊਮਨ ਸਾਡਾ ਸਾਰਾ ਸਟਰਕਚਰ ਹੈ ਜਿਹੜਾ ਅਸੀਂ ਫੋਲੋ ਕਰ ਰਹੇ ਹਾਂ ਇਕੋਨਮੀ ਦੇ ਵਿੱਚ, ਟੂਡੇਜ਼ ਸਾਇੰਸ ਮਾਡਲ ਦੇ ਵਿੱਚ, ਸਭ ਚੀਜ਼ਾਂ ਦੇ ਅੰਦਰ। ਸੋ ਪਤਾ ਲੱਗਾ ਕਿ ਬੰਦਾ ਇਤਨਾ ਸਰਮਾਏਦਾਰ ਸਭ ਕੁਝ ਹੋ ਕੇ ਵੀ ਮਤਲਬ ਅਜੇ ਵੀ ਉਸ ਕਿਸਮ ਦੀ ਚੀਜ਼ ਕਰ ਰਿਹਾ ਜਿਹਦੇ 'ਚ ਪਤਾ ਵੀ ਲੱਗ ਰਿਹਾ ਕਿ ਇਹ ਰੋਂਗ ਆ, ਗਲਤ ਆ, ਪਰ ਕਿਉਂ ਨਹੀਂ ਛੱਡ ਪਾਉਂਦਾ? ਕਿਉਂਕਿ ਅੰਦਰ ਦੀ ਭੁੱਖ ਜਿਹੜੀ ਹੈ ਉਹ ਹੋਰ ਗਹਿਰੀ ਹੋਈ ਜਾਂਦੀ ਹੈ। ਜਿੰਨਾ ਵੱਧ ਮਿਲਦਾ ਆ ਉਤਨੀ ਵੱਧ ਭੁੱਖ ਵੱਧਦੀ ਹੈ। ਇਸ ਨੂੰ ਗੁਰੂ ਸਾਹਿਬ ਨੇ ਇਸ ਤਰ੍ਹਾਂ ਬਿਆਨ ਕੀਤਾ, ਜਿਉਂ ਪਾਵਕ ਈਂਧਨ ਨਹੀਂ ਤਰਾਪੈ ਬਿਨ ਹਰ ਕਹਾਂ ਆਘਾਈ। ਜਿਉਂ ਪਾਵਕ, ਪਾਵਕ ਅੱਗ ਨੂੰ ਕਿਹਾ ਗਿਆ, ਈਂਧਨ ਉਹਦੇ 'ਚ ਪੈਣ ਵਾਲਾ ਫਿਊਲ ਕਹਿ ਲਓ। ਤੁਸੀਂ ਅੱਗ ਦੇ ਵਿੱਚ ਬਾਲਣ ਪਾਓਗੇ, ਫਿਊਲ ਪਾਓਗੇ, ਸੋਚੋਗੇ ਰੱਜ ਜਾਏਗੀ, ਇੱਕ ਦਿਨ ਕਹੇਗੀ ਐਨਫ, ਆਈ ਡੋਂਟ ਵਾਂਟ ਐਨੀ ਮੋਰ। ਨੋ, ਇਟਸ ਨੋਟ ਗੋਇੰਗ ਟੂ ਹੈਪਨ ਲਾਈਕ ਦੈਟ। ਜਿੰਨਾ ਤੁਸੀਂ ਪਾਓਗੇ ਉਸ ਤੋਂ ਕਿਤੇ ਵੱਧ ਉਹਦੇ ਅੰਦਰ ਲਲਕ ਪੈਦਾ ਹੋਏਗੀ, ਹੋਰ ਲਿਆਓ, ਹੋਰ ਲਿਆਓ, ਹੋਰ ਲਿਆਓ। ਸੋ ਜੋ ਬਹੁਤ ਧਨਵਾਨ ਹੈ, ਜਿਹਦੇ ਕੋਲ ਬਹੁਤ ਸਰਮਾਇਆ ਹੈ, ਇਹ ਜ਼ਰੂਰੀ ਨਹੀਂ ਕਿ ਉਹ ਵਾਕਿਆ 'ਚ ਅੰਦਰ ਤੋਂ ਭਰ ਜਾਏਗਾ। ਸਾਹਿਬ ਨੇ ਕਿਹਾ ਨਾ, ਦੇਖਣ 'ਚ ਤੇ ਆਇਆ ਸਗਲ ਸ੍ਰਿਸ਼ਟ ਤੇ ਰਾਜਾ ਦੁਖੀਆ। ਵੱਡੇ ਵੱਡੇ ਰਾਜੇ ਸ੍ਰਿਸ਼ਟੀ ਤੇ ਜਿਸ ਪੂਰੇ ਦੁਖੀਆਂ ਨੂੰ ਇਕੱਠਾ ਕਰੀਏ ਤਾਂ ਸਭ ਤੋਂ ਵੱਡੇ ਦੁਖੀ ਹੋਣਗੇ। ਸੋ ਜਿਹੜਾ ਅਸਲ ਬਾਤ ਹੈ ਉਹ ਹੈ ਅੰਦਰ ਦੀ ਸਮਝ ਆ ਜਾਣੀ, ਅਤੇ ਸਮਝ ਦਾ ਮਾਇਨਾ ਇਹੋ ਹੀ ਹੁੰਦਾ ਆ ਆਪਣੀਆਂ ਲੋੜਾਂ ਥੋੜਾਂ ਦੀ ਪੂਰਤੀ ਪ੍ਰੋਪਰ ਕਰਨੀ ਆਏ ਬੰਦੇ ਨੂੰ, ਆਲੇ ਦੁਆਲੇ ਦੇ ਦੁੱਖ ਵੰਡਾਉਣੇ ਆਉਣ, ਜੀਵਨ ਨੂੰ ਇਸ ਤਰੀਕੇ ਨਾਲ ਜੀਣਾ ਕਿ ਜਿਵੇਂ ਧਰਤੀ ਧਰਮਸਾਲ ਹੈ, ਚੰਗਿਆਈ ਕਮਾਉਣੀ ਹੈ, ਅੱਛਿਆਈ ਕਮਾਉਣੀ ਹੈ, ਅਟੈਚਮੈਂਟ ਬਣਾਉਣੀ ਹੈ ਸੰਸਾਰ ਦੇ ਨਾਲ, ਪਰ ਐਟ ਦ ਸੇਮ ਟਾਈਮ ਇੱਕ ਡਿਟੈਚਮੈਂਟ ਵੀ ਬਣਾਉਣੀ।
ਇੱਥੇ ਜੋ ਬਾਤ ਆ ਰਹੀ ਹੈ ਉਹ ਲੋਕ ਧਨਵੰਤ ਨੇ ਕਿਉਂਕਿ ਜਿਨ੍ਹਾਂ ਨੂੰ ਇਹ ਸਮਝ ਆ ਗਈ, ਲਿਵ ਲੱਗ ਗਈ ਉਹਨਾਂ ਦੇ। ਉਹਨੂੰ ਪਤਾ ਲੱਗ ਗਿਆ ਜਿਉਂਦਿਆਂ ਹੋਇਆਂ ਕਿਵੇਂ ਜਿਉਣਾ ਆ, ਜਿਹਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਜੈਸੇ ਜਲਮੈ ਕਮਲ ਨਿਰਾਲਮ, ਕੌਲ ਦਾ ਫੁੱਲ ਬਣ ਕੇ ਰਹਿਣਾ ਹੈ, ਚਿੱਕੜ ਤੋਂ, ਪਾਣੀ ਤੋਂ, ਗੰਦਗੀ ਤੋਂ ਬਿਲਕੁਲ ਪਰਹੇਜ਼ਗਾਰ ਰਹਿਣਾ ਹੈ। ਇਹ ਸੰਸਾਰ ਹੈ, ਇਹਦੇ ਵਿੱਚ ਸਵਾਰਥ ਦੀਆਂ, ਹਵਸ ਦੀਆਂ, ਲਾਲਚ ਦੀਆਂ ਲਪਟਾਂ ਲਗਾਤਾਰ ਫੈਲ ਰਹੀਆਂ ਨੇ। ਜਿਹਨੂੰ ਗੁਰੂ ਸਾਹਿਬ ਨੇ ਕਿਹਾ ਸੀਗਾ ਕਿ ਜਿਵੇਂ ਮਾਤਾ ਦੇ ਗਰਭ ਦੇ ਵਿੱਚ ਅਗਨੀ ਹੁੰਦੀ ਹੈ, ਇਸੇ ਤਰੀਕੇ ਦੇ ਨਾਲ ਇਸ ਸੰਸਾਰ ਦੇ ਵਿੱਚ ਇੱਕ ਮਾਇਆਵੀ ਅਗਨੀ ਹੈ, ਇੱਕ ਐਸਾ ਇਨਫਲੂਐਂਸ ਜਿਹੜਾ ਬੜੀ ਇਨਵਿਜ਼ੀਬਲ ਵੇ ਦੇ ਨਾਲ ਬੰਦੇ ਨੂੰ ਆਪਣੇ ਲਪੇਟ ਵਿੱਚ, ਆਪਣੇ ਟਰੈਪ ਵਿੱਚ ਫਸਾਉਂਦਾ ਆ, ਅਤੇ ਬੰਦਾ ਚਾਹ ਕੇ ਵੀ ਉਹ ਤੋਂ ਬਾਹਰ ਨਹੀਂ ਨਿਕਲ ਪਾਉਂਦਾ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ, ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਕਿਉਂਕਿ ਲਿਵ ਟੁੱਟ ਗਈ, ਇੱਥੇ ਕਿਹਾ ਨਾ ਸੇ ਧਨਵੰਤ ਹਰ ਨਾਮ ਲਿਵ ਲਾਏ। ਹੁਣ ਉਹ ਮਾਇਆ ਅਮਰ, ਉਹਦਾ ਹੁਕਮ ਸਿਰ ਤੇ ਵਾਪਰਦਾ ਆ। ਖੁਦ ਨੂੰ ਵੀ ਪਤਾ ਆ ਇਹ ਦੁੱਖ ਦੇ ਰਿਹਾ ਹੈ, ਇਹ ਬਿਹੇਵੀਅਰ ਠੀਕ ਨਹੀਂ ਗਾ, ਇਹਦੇ 'ਚੋਂ ਰਿਜ਼ਲਟ ਠੀਕ ਨਹੀਂ ਆਉਣਗੇ। ਜਿਹਨੂੰ ਗੁਰੂ ਅਰਜਨ ਸਾਹਿਬ ਨੇ ਸਾਨੂੰ ਸਮਝਾਉਂਦਿਆਂ ਬਾਤ ਕੀਤੀ, ਅਰਦਾਸ ਕਰਿਆ ਕਰ, ਹੇ ਦਾਤਾ ਰਾਖ ਲਿਓ ਇਹ ਬਿਖਈ ਜੀਓ, ਦੇ ਕੇ ਆਪਣਾ ਨਾਉ। ਇਸ ਵਿਖਿਆਤੀ ਨੂੰ ਬਚਾ, ਇਹ ਜ਼ਹਿਰ ਖਾ ਰਿਹਾ ਹੈ, ਅਤੇ ਜ਼ਹਿਰ ਖਾ ਕੇ ਤਾਂ ਕਦੀ ਕਿਸੇ ਦਾ ਭਲਾ ਨਹੀਂ ਹੋਇਆ। ਫਿਰ ਮਹਾਰਾਜ ਬਿਆਨ ਕਰਦੇ ਬੰਦੇ ਤੇ ਆਪਣਾ ਵਸਤਾ ਕਈ ਵਾਰੀ ਹਿੱਸਾ ਕੰਟਰੋਲ ਬੰਦਾ ਹੁੰਦਾ ਵੀ ਨਹੀਂਗਾ। ਇਹੀ ਹੈ ਬੰਦਾ ਜ਼ਹਿਰ ਖਾ ਰਿਹਾ, ਜ਼ਹਿਰ ਪੀ ਰਿਹਾ, ਤੇ ਪਤਾ ਨਹੀਂ ਉਸਨੂੰ ਵੀ ਰੋਕਣਾ ਕਿਵੇਂ ਹੈ, ਕੰਟਰੋਲ ਕਿਵੇਂ ਕਰਨਾ। ਇਹ ਪਤਾ ਡੈਮੇਜ ਕਰ ਰਿਹਾ, ਨੁਕਸਾਨ ਕਰ ਰਿਹਾ। ਰਾਖ ਲਿਓ ਇਹ ਵਿਖੀ ਜੀਓ, ਦੇਖੇ ਆਪਣਾ ਨਾਉ, ਜਾਂ ਤੇ ਨਾ ਹੀ ਕੋ ਸੁਖੀ ਤਾਂ ਕਹਿ ਪਾਛਾ ਜਾਉ। ਜੇ ਤੂੰ ਕਿਸੇ ਨੂੰ ਸੁੱਖ ਨਹੀਂ ਮਿਲਿਆ, ਉਹੀ ਜੀਵ ਨੇ ਆਪਨ ਅਪਣਾ ਲਿਆ ਹੈ। ਬਚਾ ਇਹਨਾਂ ਲਪਟਾਂ ਤੋਂ, ਇਹਨਾਂ ਗੰਦਗੀ ਤੋਂ, ਤੇ ਇਹਦਾ ਰਾਹ ਹੈ ਨਾਮ ਦਾ ਰਾਹ। ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੈ ਸਾਣੈ, ਸੁਰਤ ਸ਼ਬਦ ਭਵਸਾਗਰ ਤਰੀਐ, ਨਾਨਕ ਨਾਮ ਬਖਾਣੈ। ਸੁਰਤ ਸ਼ਬਦ, ਆਪਣੀ ਸੁਰਤ ਵਿੱਚ ਸ਼ਬਦ ਨੂੰ ਪਾ। ਇਹ ਹੈ ਲਿਟਰਲੀ ਤੌਰ 'ਤੇ ਚੀਜ਼ਾਂ ਨੂੰ ਸੁਣਨਾ, ਪੜ੍ਹਨਾ, ਅਹਿਸਾਸਣਾ। when I'm saying ਅਹਿਸਾਸਣਾ, that mean to have some sort of observation inside what this message is telling me and where I'm going. Am I following this these kind of teachings, what my Shabad is telling me? If no, what's missing behind it? Let's try to find out. This is kind of, we try to build our inner connection with wise resources, with wise kind of teachings or ਸ਼ਬਦ, ਜਿਵੇਂ ਗੁਰਬਾਣੀ ਹੈ। ਇਹ ਹੈ ਹਰ ਨਾਮ ਲਿਵ ਲਾਏ। ਇਹਦੇ ਨਾਲ ਧਨਵੰਤਤਾ ਹੋਏਗੀ, ਗੁਣ ਵਧਣਗੇ। ਅੱਗੇ ਸ਼ਬਦ ਇਹਦੇ ਬਾਰੇ ਵਿਆਖਿਆ ਵੀ ਕਰੇਗਾ। ਲਿਟਰਲੀ ਤੌਰ 'ਤੇ ਬੰਦੇ ਦਾ ਜੀਵਨ ਉਸ ਚੀਜ਼ ਨਾਲ ਸਾਊਂਡ ਹੋ ਜਾਏਗਾ। ਇੱਥੇ ਕਿਆ ਸੇ ਧਨਵੰਤ ਹਰ ਨਾਮ ਲਿਵ ਲਾਏ, ਗੁਰ ਪੂਰਾ ਹਰ ਧਨ ਪ੍ਰਗਾਸਿਆ। ਪੂਰੇ ਗੁਰੂ ਨੇ ਇਹ ਧਨ ਮੇਰੇ ਅੰਦਰ ਪ੍ਰਗਾਸ ਕਰ ਦਿੱਤਾ, ਮੈਨੂੰ ਇਨਲਾਈਟਮੈਂਟ ਦੇ ਦਿੱਤੀ, ਰੋਸ਼ਨ ਦਿਮਾਗ ਬਣਾ ਦਿੱਤਾ, ਇਨਲਾਈਟਡ ਹੋ ਜਾਣਾ ਅੰਦਰੋਂ। ਇਸ ਤਰ੍ਹਾਂ ਕਹਿ ਲਵੋ, ਸਪੋਜ਼ ਵੈਸੇ ਕੁਦਰਤ ਦੀ ਖੇਡ ਹੈ, ਇਹਦੇ ਬਾਬਤ ਕੋਈ ਐਗਜ਼ੈਕਟਲੀ ਥਿਊਰੀ, ਕੋਈ ਐਗਜ਼ੈਕਟਲੀ ਸੋਲਿਡ ਜਿਹੜਾ ਆ ਕੋਈ ਅਪਰੋਚ ਹੋਏ, ਇਹ ਅਜੇ ਤੱਕ ਨਹੀਂ ਕੋਈ ਕਹਿ ਸਕਦਾ। ਜਿਵੇਂ ਬੱਚੇ ਨੂੰ ਇਹ ਕਿਹਾ ਜਾਏ ਹਾਰਡ ਵਰਕ ਕਰੋ, ਠੀਕ ਹੈ, ਸਟੱਡੀ ਕਰੋ, ਮੇਕ ਆਲਵੇਜ਼ ਗੁੱਡ ਫਰੈਂਡਸ, ਗੁੱਡ ਕੰਪਨੀ, ਟਰਾਈ ਟੂ ਫੋਲੋ discipline in every aspect of life, in every actually layer of our lives. ਕਿੱਡੀ ਕਮਾਲ ਦੀ ਗੱਲ ਹੈ, ਬੱਚਾ ਫੋਲੋ ਕਰ ਲਏ, ਬੱਚਾ ਇਸ ਚੀਜ਼ ਨੂੰ ਗ੍ਰੈਬ ਕਰ ਲਏ ਕਿ ਯੈਸ ਮਾਈ ਮੋਮ ਇਜ਼ ਟੈਲਿੰਗ ਮੀ, ਮਾਈ ਡੈਡ ਇਜ਼, ਮਾਈ ਟੀਚਰ ਇਜ਼ ਟੈਲਿੰਗ ਮੀ, ਲੈਟਸ ਫੋਲੋ ਦਿਸ ਪਾਥ।
ਪਰ ਕਿਵੇਂ ਹੋ ਸਕਦਾ ਆ ਜੇ ਅੰਦਰ ਇਨਲਾਈਟਡ ਹੈ ਦੇ ਬਾਰੇ ਤੇ ਉਸ ਨੂੰ ਇਹਦੀ ਵੈਲਿਊ ਦਾ ਪਤਾ ਆ। ਜਿਹਨੂੰ ਇਹਦੀ ਵੈਲਿਊ ਦਾ ਪਤਾ ਹੀ ਨਹੀਂ ਹੈਗਾ, ਜਿਵੇਂ ਅਸੀਂ ਬਚਨ ਪੜ੍ਹਦੇ ਹਾਂ ਨਾ, ਵੈਸੇ ਲੋਕੀ ਬਹੁਤ ਸਾਰੇ ਧਰਮ ਕਰਮ ਕਰਦੇ ਕਿ ਜੀਵਨ ਦੀ ਅਪਲਿਫਟਿੰਗ ਹੋ ਜਾਏ। ਜਿਹਨੂੰ ਸਾਹਿਬ ਨੇ ਕਿਹਾ ਤੀਰਥ ਨਾਵਾਂ ਜੇ ਤਿਸ ਪਾਵਾਂ। ਜਿਹੜੀ ਚੀਜ਼ ਭਾਉਂਦੀ ਹੀ ਨਹੀਂ ਉਹਨੂੰ, ਉਹ ਮੈਂ ਕਰ ਰਿਹਾ ਵਾਂ। ਜਿਹੜੀ ਚੀਜ਼ ਭਾਉਂਦੀ ਹੈ ਉਹ ਮੈਨੂੰ ਸਮਝ ਨਹੀਂ ਆਉਂਦੀ। ਜੋ ਓਮਨੀ ਪ੍ਰੈਜ਼ੈਂਟ, ਉਸ ਸੁਪੀਰੀਅਰ ਪਾਵਰ ਜਿਹੜੀ ਹੈ, ਜੋ ਚੀਜ਼ ਉਹਨੂੰ ਚੰਗੀ ਲੱਗਦੀ ਹੈ, ਜਿਹਦੇ ਕਰਕੇ ਉਹ ਮੈਨੂੰ ਨਵਾਜ ਸਕਦੀ ਹੈ, ਆਈ ਐਮ ਨਾਟ ਫੋਲੋਇੰਗ ਦੈਟ ਪਾਥ, ਆਈ ਐਮ ਫੋਲੋਇੰਗ ਸਮ ਸੋਰਟ ਆਫ ਪਾਥ ਵਿਚ ਆਈ ਰੀਅਲੀ ਲਾਈਕ ਇਟ, ਬਟ ਦੈਟ ਪਾਵਰ ਡਜ਼ਨਟ ਲਾਈਕ ਇਟ। ਅਜੀਬ ਹਾਲਤ ਹੈ। ਸਾਹਿਬ ਕਹਿੰਦੇ ਤੀਰਥ ਨਾਵਾਂ ਜੇ ਤਿਸ ਪਾਵਾਂ, ਵਿਣ ਪਾਣੇ ਕੇ ਨਾਏ ਕਰੇ। ਜੇਤੀ ਸਿੱਠ ਉਪਾਈ ਵੇਖਾਂ, ਵਿਣ ਕਰਮਾਂ ਕੇ ਮਿਲੇ ਲਈ। ਭਾਈ ਸਾਰੀ ਜਿੰਨੀ ਸ੍ਰਿਸ਼ਟੀ ਤੂੰ ਦੇਖ ਲੈ, ਇਹਦੇ ਵਿੱਚ ਕਰਮ ਪ੍ਰਧਾਨ ਹੈ, ਇਸ ਤੋਂ ਬਿਨਾਂ ਤਾਂ ਕੁਝ ਵੀ ਨਹੀਂ ਮਿਲਦਾ। ਫਿਰ ਕਿਆ ਮੱਤ ਵਿੱਚ ਰਤਨ ਜਵਾਹਰ ਮਾਣਿਕ। ਅਜੇ ਵੀ ਬੰਦਾ, ਮਤਲਬ ਗੁਰਬਾਣੀ ਪੜ੍ਹਨ ਵਾਲਾ ਬੰਦਾ ਵੀ ਇਹ ਸੋਚੇ ਮੈਨੂੰ ਕਿਤੇ ਡਿੱਗਿਆ ਹੋਇਆ ਹੀਰਾ ਲੱਭ ਜੇ। ਚਲੋ ਛੱਡੋ, ਅੱਜ ਦੀ ਦੁਨੀਆ 'ਚ ਤੇ ਗੱਲ ਨਾ ਹੋਏਗੀ। ਲਾਟਰੀ ਪਾ ਰਿਹਾ ਹੋਏ, ਗੈਂਬਲਿੰਗ ਕਰੇ, ਮੇਰੀ ਲਾਟਰੀ ਨਿਕਲ ਆਏ, ਮੈਂ ਧਨਵਾਨ ਹੋ ਜਾਵਾਂ, ਮੀਨ ਕੋਈ ਸਮਝ ਨਹੀਂ ਹੈ। ਬਾਣੀ ਕੀ ਕਹਿ ਰਹੀ ਹੈ? ਬਾਣੀ ਕਹਿ ਰਹੀ ਹੈ ਉਹ ਹੀਰੇ, ਉਹ ਜਵਾਹਰਾਤ, ਉਹ ਮਾਣਕ, ਉਹ ਮੋਤੀ, ਦੇ ਆਰ ਨਥਿੰਗ ਐਕਸੈਪਟ ਯੂ ਕੈਨ ਸੇ ਜਸਟ ਸਟੋਨਸ, ਜਸਟ ਪੱਥਰ। ਜਿਹੜਾ ਅਸਲ ਹੀਰਾ ਆ ਉਹ ਕੀ ਹੈ? ਮੱਤ ਵਿੱਚ ਰਤਨ ਜਵਾਹਰ ਮਾਣਿਕ। ਬੰਦੇ ਦੀ ਮੱਤ ਜਿਹੜੀ ਹੈ ਇਹ ਰੌਸ਼ਨ ਹੋ ਜਾਏ, ਅਕਲ ਕੰਮ ਕਰੇ, ਦਿਮਾਗ ਕੰਮ ਕਰੇ। ਇੱਥੇ ਗੁਰੂ ਬਾਬਾ ਜੀ ਬਿਆਨ ਕਰਦੇ ਵੀ ਗੁਰ ਪੂਰੈ ਹਰ ਧਨ ਪ੍ਰਗਾਸਿਆ। ਪੂਰੇ ਗੁਰੂ ਨੇ ਤਰਸ ਕੀਤਾ, ਅੰਦਰ ਧਨ ਪ੍ਰਗਾਸ ਕਰ ਗਿਆ। ਫਿਰ ਮੈਂ ਬੇਨਤੀ ਕਰਾਂਗਾ, ਸਰਮਾਇਆ, ਦੌਲਤ, ਪੈਸਾ ਇਹ ਮਾੜੀ ਚੀਜ਼ ਨਹੀਂ ਗੀ, ਬਹੁਤ ਚੰਗੀ ਚੀਜ਼ ਹੈ। ਇਹ ਸਾਨੂੰ ਜੀਵਨ ਵਿੱਚ ਚਾਹੀਦਾ ਨਹੀਂ, ਚਾਹੀਦਾ ਆ। ਗੁਰੂ ਸਾਹਿਬ ਨੇ ਕਿਹਾ ਕਿਰਤ ਕਰੋ, ਮੁਸ਼ੱਕਤਾਂ ਕਰੋ, ਕਮਾਓ। ਗੁਰੂ ਸਾਹਿਬ ਦੇ ਤੇ ਸਿੱਖ ਕੈਸੇ ਕੈਸੇ ਨੇ। ਅਸੀਂ ਭਾਈ ਮਨਸੁਖ ਵਰਗੇ ਸਿੱਖਾਂ ਦਾ ਜ਼ਿਕਰ ਪੜ੍ਹਦੇ ਹਾਂ ਗੁਰੂ ਨਾਨਕ ਸਾਹਿਬ ਦੇ ਸਮੇਂ ਦੇ ਵਿੱਚ। ਏਡੇ ਤਕੜੇ ਸੁਦਾਗਰ ਨੇ, ਆਪਣੇ ਹੀ ਬੇੜੇ ਨੇ ਵੱਡੇ ਵੱਡੇ ਜਹਾਜ਼। ਅਸੀਂ ਭਾਈ ਮੱਖਣ ਸ਼ਾਹ ਲਬਾਣਾ ਦੀ ਗੱਲ ਕਰਦੇ ਹਾਂ, ਕਹਿੰਦੇ ਬੜਾ ਵੱਡਾ ਉਹਦਾ ਬੇੜਾ ਆ, ਸਮੁੰਦਰ ਚੱਲਦਾ, ਵਪਾਰੀ ਹੈ ਬੜਾ ਵੱਡਾ। ਸੋ ਇੱਥੋਂ ਪਤਾ ਲੱਗਾ ਸਰਮਾਏਦਾਰੀ ਦੀ ਵਿਰੋਧਤਾ ਨਹੀਂ ਹੈ। ਵਿਰੋਧਤਾ ਕਿਸ ਚੀਜ਼ ਦੀ ਹੈ? ਵਿਰੋਧਤਾ ਇਸ ਗੱਲ ਦੀ ਹੈ ਕਿ ਬੰਦਾ ਇਸ ਚੀਜ਼ ਵਿੱਚ ਇਤਨਾ ਜ਼ਿਆਦਾ ਗਲਤਾਨ ਹੋ ਜਾਏ, ਹਰ ਗੁਣ, ਜੀਵਨ ਦੀ ਹਰ ਖੂਬੀ, ਜੀਵਨ ਦਾ ਹਰ ਚੰਗਾਪਨ ਇਸ ਸਰਮਾਏ ਦੇ ਵਿੱਚ ਪਿਆ ਹੋਇਆ, ਇਹਦੇ ਪਿੱਛੇ ਪਿਆ ਹੋਇਆ ਗਵਾ ਦੇ। ਇੱਥੇ ਫਿਰ ਬੰਦਾ ਅਮੀਰ ਹੋ ਕੇ ਵੀ ਮੁਫਲਸ ਹੋ ਜਾਏਗਾ, ਗੁਰਬਤ ਵਿੱਚ ਜਾਏਗਾ। ਇਹੀ ਜੀਵਨ ਖਲਾ ਇੱਕ ਵੈਕਿਊਮ ਕ੍ਰੀਏਟ ਕਰੇਗਾ ਜਿਹਦੇ 'ਚ ਦੁੱਖ ਦੀ ਆਮਦ ਹੋਏਗੀ। ਗੁਰੂ ਬਾਬਾ ਜੀ ਬਿਆਨ ਕਰਦੇ, ਮੇਰੇ ਗੁਰੂ ਨੇ, ਮੇਰੇ ਉਸ ਮਾਸਟਰ ਨੇ ਮੈਨੂੰ ਵਿਵੇਕ ਦੇ ਦਿੱਤਾ, ਤੇ ਵਿਵੇਕ ਦਾ ਇਹ ਹੋਇਆ ਗੁਰਪੂਰੈ ਹਰ ਧਨ ਪ੍ਰਗਾਸਿਆ। ਹਰੀ ਦਾ ਧਨ ਪ੍ਰਗਾਸ ਹੋ ਗਿਆ, ਤੇ ਹੋਇਆ ਕਿ ਹਰ ਕਿਰਪਾ ਤੇ ਵਸੈ ਮਨ ਆਏ। ਇਹ ਚੀਜ਼ ਐਵੇਂ ਤੇ ਨਹੀਂ ਸੀ ਬਣਨੀ, ਇਹ ਵੀ ਹਰੀ ਨੇ ਕੋਈ ਕਿਰਪਾ ਕੀਤੀ ਹੈ। ਜਿਹੜੀ ਮੈਂ ਪਹਿਲਾਂ ਬਾਤ ਕੀਤੀ ਕਿ ਜਿਹੜੀ ਇਨਲਾਈਟਮੈਂਟ ਹੁੰਦੀ ਹੈ, ਐਕਚੁਅਲ ਲੈਵਲ 'ਤੇ ਇਹ ਕੁਛ ਅੰਦਰ ਡੀਪ ਸੋਝੀ ਹੋ ਜਾਣੀ, ਆਹ ਚੀਜ਼ ਇੰਪੋਰਟੈਂਟ ਹੈ, ਆਹ ਚੀਜ਼ ਇੰਪੋਰਟੈਂਟ ਨਹੀਂ ਹੈਗੀ। ਆਪ ਅਹਿਸਾਸ ਕਰੋ, ਅੰਦਰੋਂ ਹੀ ਕਸ਼ਿਸ਼ ਪੈਦਾ ਹੋਏ। ਜੀਵਨ ਵਿੱਚ ਦੋ ਚੋਇਸਿਸ ਨੇ, ਇੱਕ ਮਾੜੀ, ਇੱਕ ਚੰਗੀ। ਕੀ ਚੋਇਸ ਬਣਾਉਣੀ ਹੈ? ਮਾੜੀ ਅਟਰੈਕਟ ਕਰ ਰਹੀ ਹੈ, ਅੰਦਰ ਦੀ ਪ੍ਰਗਾਸ਼ਨਾ ਨਹੀਂ ਹੈ, ਰੌਸ਼ਨੀ ਨਹੀਂ ਹੈ। ਇਸੇ ਲਈ ਜਿਵੇਂ ਸਾਡਾ ਫੋਰਹੈਡ ਹੈ, ਮੱਥਾ ਹੈ, ਮੱਥੇ ਦੇ ਪਿੱਛੇ ਸਾਡੀਆਂ ਸਾਰੀਆਂ ਬ੍ਰੇਨ ਦੀਆਂ ਐਕਟੀਵਿਟੀਜ਼ ਉਸ ਔਰਗਨ ਦੇ ਨਾਲ ਚੱਲਦੀਆਂ ਨੇ। ਹੁਣ ਉਹਦੇ ਵਿੱਚ ਇਹ ਹੈ ਕਿ ਬੰਦਾ ਜਿਵੇਂ ਗੁਰਦੁਆਰੇ ਆਉਂਦਾ ਆ, ਮੱਥਾ ਰੱਖਦਾ ਹੈ ਅੱਗੇ, ਮਾਲਕ ਇਹਨੂੰ ਪ੍ਰਗਾਸ ਕਰ, ਇਹਨੂੰ ਰੌਸ਼ਨ ਕਰ,
ताकि जिथे मौका बने, मतलब दो राह दिस रहे ने, सही राह चूज करना आ, बस ये दिखा दे। अमीर ਉਹੀ है ਜਿਹਦੇ ਕੋਲ ਇੰਨੀ ਅਕਲ है, ਜਿਹਦੇ ਕੋਲ ਇੰਨੀ ਸੋਝੀ है। ਉਹ ਕਾਹਦਾ ਬੰਦਾ ਭਾਵੇਂ ਜਿੰਨਾ ਮਰਜ਼ੀ ਸਰਮਾਇਆ ਨਾਂ ਤੇ ਲਿਖਿਆ ਹੈ, ਜਦੋਂ ਕੋਈ ਜੀਵਨ ਦੇ ਵਿੱਚ ਚੋਇਸ ਬਣਾਉਣੀ ਹੈ, ਉਹ ਚੋਇਸ ਦੁੱਖਾਂ ਵਾਲੀ ਬਣਾ ਲਵੇ, ਚੋਇਸ ਕਸ਼ਟ ਵਾਲੀ ਬਣਾ ਲੇ, ਤਕਲੀਫ ਵਾਲੀ ਬਣਾ ਲਵੇ। ਸਮਾਂ ਪਾ ਕੇ ਉਹਦੇ ਚੋਂ ਪਛਤਾਵੇ ਪੈਦਾ ਹੋਣ, ਗਿਲਟੀ ਫੀਲ ਹੋਏ, ਕੀ ਫਾਇਦਾ ਉਹਦਾ। ਇਹ ਜਿਹੜਾ ਇਹ ਸਾਰੇ ਤੋਂ ਗੁਰੂ ਬਾਬਾ ਜੀ ਕਹਿੰਦੇ ਬਚ। ਕੋਈ ਅਧਿਆਤਮੀ ਤਲ ਦੇ ਉੱਤੇ ਗੁਰਬਾਣੀ ਨੇ ਵਾਰ-ਵਾਰ ਕਿਹਾ ਆ ਕਿ ਕੋਈ ਇਹ ਨਹੀਂ ਕੋਈ ਤਥਾਸਤੂ ਰੱਬ ਨੇ ਆ ਜਾਣਾ ਤੁਹਾਡੇ ਕੋਲ, ਉਹਨੇ ਮਿਲ ਲੈਣਾ ਆ ਕੇ। ਉਹ ਤੇ ਜ਼ਰਰੇ ਜ਼ਰਰੇ 'ਚ ਮੌਜੂਦ ਹੈ ਐਕਚੁਅਲੀ। ਤੇ ਆਪਣੇ ਆਪ ਨੂੰ ਆਪ ਮਿਲਣਾ ਆ, ਤੇ ਆਪਣੇ ਆਪ ਨੂੰ ਆਪ ਮਿਲਣਾ ਇਹ ਹੈ ਰਿਐਲਿਟੀ ਦੇ ਨੇੜੇ ਰਹਿਣਾ, ਸਚਿਆਰ ਹੋ ਜਾਣਾ, ਸੱਚ ਨੂੰ ਸਮਝ ਲੈਣਾ, ਆਪਣੇ ਅੰਦਰ ਦੀਆਂ ਕਮਜ਼ੋਰੀਆਂ, ਆਪਣੇ ਅੰਦਰ ਦੀਆਂ ਖੂਬੀਆਂ ਸਭ ਨੂੰ ਸਮਝਦਿਆਂ ਹੋਇਆਂ ਉਹ ਜੀਵਨ ਜੀਣਾ ਜਿਹਦੇ ਵਿੱਚ ਖੂਬੀਆਂ ਵਧਣ, ਕਮਜ਼ੋਰੀਆਂ ਘਟਣ, ਜਿਹਦੇ ਵਿੱਚ ਕਸ਼ਿਸ਼ ਇਹ ਹੋਏ, मतलब ਬਾਖੂਬ ਜੀਵਨ ਜੀਣਾ ਹੈ। ਕਰਮ ਉਹ ਕਰਨੇ ਨੇ ਜਿਨ੍ਹਾਂ ਨੂੰ ਕਰਨ ਤੋਂ ਬਾਅਦ ਪਛਤਾਵੇ ਨਾ ਹੋਣ ਜੀਵਨ ਦੇ ਵਿੱਚ। ਆਹੀ ਹੈ ਬਸ। ਜਿਵੇਂ ਖਲੀਲ ਜਿਬਰਾਨ ਨੂੰ ਇੱਕ ਜਗ੍ਹਾ ਕੋਟ ਕਰ ਦੇਣਾ ਮੈਂ, ਉਹਨੂੰ ਕਿਸੇ ਨੇ ਪੁੱਛਿਆ ਸੀ, ਖਲੀਲ ਬੰਦੇ ਦੀ ਸਭ ਤੋਂ ਵੱਡੀ ਸਜ਼ਾ ਕੀ ਹੈ? ਉਹ ਕਹਿੰਦਾ ਸਭ ਤੋਂ ਵੱਡੀ ਸਜ਼ਾ ਬੰਦੇ ਦੀ ਇਹੀ ਹੈ, ਬੰਦਾ ਕੋਈ ਕੰਮ ਕਰ ਲਵੇ ਤੇ ਮੁੜ ਕੇ ਪਤਾ ਲੱਗੇ ਗਲਤ ਹੋ ਗਿਆ, ਪਰ ਉਹਨੂੰ ਕਰ ਕੁਛ ਨਹੀਂ ਸਕਦਾ। ਬਸ ਕਹਿੰਦਾ ਇਸ ਤੋਂ ਵੱਡੀ ਸਜ਼ਾ ਕੋਈ ਨਹੀਂ। ਜਿਵੇਂ ਕਿਹਾ ਕਿਸੇ ਨੇ ਹੱਥ 'ਚੋਂ ਤੀਰ ਚਲਾਇਆ, ਤੀਰ ਚੱਲ ਗਿਆ, ਪਤਾ ਨਿਸ਼ਾਨਾ ਸਹੀ ਨਹੀਂ, ਗਲਤ ਪਾਸੇ ਜਾ ਰਿਹਾ, ਬਟ ਨਾਓ that individual cannot do anything, that is guilt। ਦੁੱਖ ਇਹੀ ਹੁੰਦਾ ਆ, ਹੋਰ ਕੁਛ ਨਹੀਂ। ਦੁੱਖ ਪਛਤਾਵਿਆਂ 'ਚੋਂ ਨਿਕਲਦਾ ਆ। ਗੁਰੂ ਬਾਬਾ ਜੀ ਕਹਿੰਦੇ ਕਿਉਂ ਨਾ ਵਾਈਜ਼ ਹੋਏ ਬੰਦਾ, ਜਦੋਂ ਕਦਮ ਪੁੱਟ ਰਿਹਾ ਉਦੋਂ ਹੀ ਅਹਿਸਾਸ ਹੋਏ। ਸੋ ਉਹਦੀ ਬਾਤ ਕੀਤੀ, ਇਹ ਹਰ ਕਿਰਪਾ ਤੇ ਵਸੈ ਮਨ ਆਏ। ਇਹ ਭਾਵ ਜਿਹੜਾ ਆ ਇਹ ਮਨ ਵਿੱਚ ਹਰੀ ਦੀ ਕਿਰਪਾ ਨਾਲ ਵਸਦਾ। ਇਨ ਟਾਈਮ ਇਨਲਾਈਟਡ ਹੋਣਾ, ਇਨ ਟਾਈਮ ਰੋਸ਼ਨ ਦਿਮਾਗ ਹੋ ਜਾਣਾ, ਰਹਾਉ ਦਾ ਬੰਦਿਆ ਇਹ ਤਨ ਅਖੁੱਟ ਨਾ ਨਿਖੁੱਟੈ ਨਾ ਜਾਏ। ਜਿਹੜੀ ਮੱਤ ਵਾਲੀ ਗੱਲ ਆ ਇਹ ਅਖੁੱਟਿਆ, ਇਹ ਨਿਖੁੱਟਦੀ ਨਹੀਂ, ਕਿਉਂਕਿ ਜਿਹੜੀ ਚੀਜ਼ ਨਿਖੁੱਟ ਜਾਏ ਉਹ ਮੱਤ ਨਹੀਂ ਗੀ, ਉਹ ਭੁਲੇਖਾ ਆ, ਉਹ ਛਲਾਵਾ ਆ। ਜਿਵੇਂ ਗੁਰੂ ਸਾਹਿਬ ਬਿਆਨ ਕਰਦੇ, ਅਯਾਣਾ ਤੇ ਸਿਆਣਾ ਹੋਣਾ ਕੀ ਹੁੰਦਾ ਹੈ? ਅਯਾਣਪੁਣਾ ਹੁੰਦਾ ਜਿਹਦੇ 'ਚ ਸੋਝੀ ਨਾ ਹੋਵੇ। ਤੇ ਅਸੀਂ ਬਚਨ ਪੜ੍ਹਦੇ ਹਾਂ, ਸਭ ਕਹਿੰਦੇ ਨਾਲ ਅਯਾਣੇ ਦੋਸਤੀ ਕਦੇ ਨਾ ਆਵੇ ਰਾਸ। ਜੇ ਇੱਕ ਅੱਧ ਚੰਗੀ ਕਰੇ ਐਕਸੀਡੈਂਟਲੀ, ਸਮਹਾਓ ਕੋਈ ਕੰਮ ਚੰਗਾ ਹੋ ਗਿਆ, ਦੂਜੀ ਪੀਵੇ ਰਾਸ, ਜੋ ਦੂਸਰੀ ਹੋਏਗੀ ਪਹਿਲੀ ਦਾ ਵੀ ਬੇੜਾ ਗਰਕ ਹੋ ਜਾਏਗਾ। ਇਹ ਹੈ ਬੰਦੇ ਨੂੰ ਲੱਗਦਾ ਆ ਅਸੀਂ ਵੈਸੇ ਜ਼ਿੰਦਗੀ 'ਚ ਐਵੇਂ ਜੀਨੇ ਆ, ਕੁਛ ਚੰਗਾ ਕੁਝ ਮਾੜਾ ਤੇ ਮਿਕਸ ਜਿਹਾ ਬਣਾ ਕੇ ਬੰਦਾ ਕਹਿੰਦਾ ਠੀਕ ਆ। ਐਕਚੁਅਲੀ ਦੁਰਮੱਤ ਆ, ਮੱਤ ਤੋਂ ਦੂਰੀ ਹੈ। ਵੀ ਹੈਵ ਸਮ ਸੋਰਟ ਆਫ ਡਿਸਟੈਂਸ ਫਰੋਮ ਵਾਈਜ਼ਰ ਲੈਵਲ, ਵਾਈਜ਼ ਥਾਟਸ। ਜਿੱਥੇ ਉਹ ਡਿਸਟੈਂਸ ਘਟੇਗਾ ਉਹ ਤਾਂ ਘਟੇਗਾ ਜੇ ਬ੍ਰਿਜ ਬਣੇਗਾ, ਤੇ ਬ੍ਰਿਜ ਇਜ਼ ਗੁਰੂ, ਗੁਰਮਤ। ਅਸੀਂ ਉਹ ਬ੍ਰਿਜ ਬਣਾ ਨਹੀਂ ਪਾਉਂਦੇ। ਜਿੱਥੇ ਕਿਤੇ ਬਣ ਗਿਆ ਉੱਥੇ ਫਿਰ ਪੱਕੀ ਤੌਰ ਤੇ ਹੈ ਮੱਤ ਆ ਗਈ। ਤੇ ਮੱਤ ਦੇ ਵਿੱਚੋਂ ਤੇ ਸੱਚਾਈ ਇਹ ਹੈ ਉਹ ਦੁੱਖ ਨੂੰ ਉਪਜਾਉਣ ਵਾਲੀ ਨਹੀਂ ਹੁੰਦੀ, ਕਿਉਂਕਿ ਉਹ ਬੀਜ ਹੀ ਬੜਾ ਪਿਓਰ ਆ। ਉਹ ਜਿਸ ਵੀ ਅਮਲ ਵਿੱਚ, ਅਮਲ ਦੀ ਮਿੱਟੀ 'ਚ ਪਏਗਾ, ਉੱਥੋਂ ਜੋ ਪੈਦਾ ਹੋਏਗਾ ਉਹ ਸੁਖਦਾਈ ਹੋਏਗਾ, ਚੰਗੇਰਾ ਹੋਏਗਾ। ਗੁਰੂ ਸਾਹਿਬ ਬਿਆਨ ਕਰਦੇ, ਇਹ ਤਨ ਅਖੁੱਟ ਨਾ ਨਿਖੁੱਟੈ ਨਾ ਜਾਏ, ਪੂਰਾ ਸਤਿਗੁਰ ਦੀਆ ਦਿਖਾਏ। ਇਹ ਜਿਹੜਾ ਨਾਮ ਦਾ ਧਨ ਹੈ, ਇਹ ਜਿਹੜੀ ਅੰਦਰ ਦੀ ਇਨਲਾਈਟਮੈਂਟ ਹੈ, ਰੌਸ਼ਨੀ ਹੈ, ਇਹ ਦਿਮਾਗੀਅਤ ਹੈ, ਇਹ ਜਿਹੜੀ ਅਸਲ ਅਵੇਅਰਨੈਸ ਆ,
ਇਹ ਵੈਸੇ ਤੇ ਮੈਨੂੰ ਦਿਸਣੀ ਨਹੀਂ ਸੀ, ਪਤਾ ਹੀ ਨਹੀਂ ਸੀ ਲੱਗਣਾ। ਜਿਵੇਂ ਬਾਬਾ ਕਬੀਰ ਜੀ ਨੇ ਬਿਆਨ ਕੀਤਾ ਨਾ ਕਿ ਏਕ ਅਚੰਭੋ ਦੇਖਿਆ ਹੀਰਾ ਹਾਟ ਬਿਕਾਏ, ਬਣਜਣ ਹਾਰੇ ਬਾਹਰਾ ਕੌਡੀ ਬਦਲਿਆ ਜਾਏ। ਇੱਕ ਹੀਰਾ ਪਿਆ ਆ ਤੇ ਉਹਦੀ ਕੋਈ ਵੈਲਿਊ ਹੀ ਨਹੀਂ ਹੈ। ਕਿਉਂ? ਕਿਉਂਕਿ ਪਤਾ ਹੀ ਨਹੀਂ, ਬਣਜਣ ਹਾਰਾ ਹੈ ਹੀ ਕੋਈ ਨਹੀਂ, ਉਹਦਾ ਵਪਾਰੀ ਕੋਈ ਨਹੀਂ ਗਾ। ਜਿਵੇਂ ਬਾਬਾ ਕਬੀਰ ਜੀ ਹੋਰ ਬਿਆਨ ਕਰਦੇ ਕਿ ਕਬੀਰ ਜਿਹੜਾ ਜਦੋਂ ਹਰੀ ਦਾ ਨਾਮ, ਹਰੀ ਦਾ ਗਿਆਨ ਪ੍ਰਾਪਤ ਕਰ ਲਿਆ ਨਾ, ਤੇ ਰਾਮ ਪਦਾਰਥ ਪਾਏ ਕੈ ਕਬੀਰਾ ਗਾਂਠ ਮਤ ਖੋਲ। ਕਿਉਂ? ਕਹਿਣ ਲੱਗੇ ਨਹਿ ਪੱਟਣ ਨਹਿ ਪਾਰਖੂ ਨਹਿ ਗਾਹਕ ਨਹਿ ਮੋਲ। ਨਾ ਤੇ ਦਾ ਕੋਈ ਪੱਟਣਿਆ, ਮਤਲਬ ਕਿਤੇ ਕੋਈ ਇਹਦੀ ਟ੍ਰੇਡਿੰਗ ਹੁੰਦੀ ਹੋਏ, ਨੋ ਨਾ ਪਾਰਖੂ, ਇਹਨੂੰ ਪਰਖਣ ਵਾਲਾ ਵੀ ਕੋਈ ਵਿਰਲਾ ਹੀ ਹੁੰਦਾ ਆ। ਕਿਉਂਕਿ ਜਿਹਨੂੰ ਸਮਝ ਆ ਉਹੀ ਇਸ ਸਰਮਾਏ ਦਾ ਧਾਰਨੀ ਹੋਏਗਾ। ਨਾ ਗਾਹਕ, ਇਹਦਾ ਕੋਈ ਗਾਹਕ ਵੀ ਨਹੀਂ ਹੈ, ਤੇ ਮੁੱਲ ਤੇ ਦਾ ਪਾਏਗਾ ਕੀ। ਇਸ ਕਰਕੇ ਸਾਹਿਬ ਨੇ ਬਿਆਨ ਕੀਤਾ ਪੂਰਾ ਸਤਿਗੁਰ ਦੀ ਯਾਦ ਦਿਖਾਏ। ਇਹ ਤੇ ਪੂਰਾ ਸਤਿਗੁਰੂ ਹੀ ਤਰਸ ਕਰਦਾ ਹੈ। ਸਤਿਗੁਰੂ ਮੇਨ ਇਟਸ ਏ ਇੰਸਟੀਟਿਊਸ਼ਨ। ਜਿਵੇਂ ਗੁਰਮਤ ਦਾ ਸਕੂਲ ਹੈ, ਇੱਕ ਇੰਸਟੀਟਿਊਸ਼ਨ ਹੈ ਪੂਰਾ। ਇਸ ਨੂੰ ਤੁਸੀਂ ਪੂਰੇ ਨੂੰ ਫੋਲੋ ਕਰੋ, ਤੁਹਾਨੂੰ ਉਹ ਚੀਜ਼ਾਂ ਪ੍ਰਾਪਤ ਹੋਣਗੀਆਂ ਜਿਹੜੀਆਂ ਸਾਡੇ ਬਜ਼ੁਰਗਾਂ ਨੂੰ ਮਿਲੀਆਂ। ਉਹਦੇ ਵਿੱਚ ਅਸੀਂ ਆਪਣੇ ਇਤਿਹਾਸ ਨੂੰ ਪੜ੍ਹਦੇ ਹਾਂ। ਭਾਈ ਵੀਰ ਸਿੰਘ ਨੂੰ ਲੈ ਲਵੋ, ਤੁਸੀਂ ਭਗਤ ਪੂਰਨ ਸਿੰਘ ਨੂੰ ਲੈ ਲਵੋ, ਇਹੋ ਜਿਹੀਆਂ ਸਰੀਖੀਆਂ ਰੂਹਾਂ ਹਜ਼ਾਰਾਂ ਹਜ਼ਾਰਾਂ। ਉਹਨਾਂ ਨੂੰ ਜੀਵਨ ਦੇ ਉਸ ਯਾਪਨ ਵਿੱਚੋਂ ਕੀ ਮਿਲਿਆ ਹੋਏਗਾ। ਅੱਜ ਬੰਦੇ ਨੂੰ ਕੋ ਮਾੜਾ ਜਿਹਾ, ਮਤਲਬ ਮੈਂ 2 ਐਗਜ਼ਾਮਪਲਸ ਕੀਤੀਆਂ ਤੁਹਾਡੇ ਸਾਹਮਣੇ, ਭਾਈ ਵੀਰ ਸਿੰਘ ਦੀ ਬਾਤ ਕੀਤੀ। ਆਪ ਅਹਿਸਾਸ ਕਰੋ ਲਿਖਣ ਦੀ ਸਮਰੱਥਾ ਆਈ, ਲਿਟਰੇਚਰ ਦੇ ਵਿੱਚ, ਲਿਟਰਸੀ ਦੇ ਵਿੱਚ ਬੰਦੇ ਦੇ ਕੋਲ ਪਾਏਦਾਰਾਂ ਹੋ ਗਈ, ਮਤਲਬ ਉਹਦਾ ਕੈਲੀਬਰ ਆ ਗਿਆ। ਉਸ ਸਾਰੇ ਕੈਲੀਬਰ ਨੂੰ ਕਾਹਦੇ ਲਈ ਯੂਜ਼ ਕੀਤਾ ਉਸਨੇ? ਉਹ ਚਾਹੁੰਦਾ, ਤੇ ਲੋਕ ਹੁੰਦਾ ਹੀ ਹੈ, ਟੈਲੈਂਟ ਆ ਗਿਆ ਬੰਦੇ ਕੋਲ। ਜਿਵੇਂ ਸਪੋਜ਼ ਕਰੋ ਕਿਸੇ ਨੂੰ ਕੋਈ ਇੰਸਟਰੂਮੈਂਟ ਪਲੇ ਕਰਨਾ ਆ ਗਿਆ। ਹੁਣ ਇੰਸਟਰੂਮੈਂਟ ਪਲੇ ਕਰਨਾ ਆ ਗਿਆ ਤਾਂ ਕੀ ਕੀਤਾ ਜਾਏ? ਇਹਦੇ ਜ਼ਰੀਏ ਸ਼ੋਹਰਤ ਖੱਟੀ ਜਾਏ, ਦੌਲਤ ਖੱਟੀ ਜਾਏ, ਪੈਸਾ ਖੱਟਿਆ ਜਾਏ, ਬਿਲਕੁਲ ਠੀਕ ਹੈ। ਪਰ ਇਹਦੇ ਨਾਲ ਲੋਕਾਂ ਨੂੰ ਭਰਮਾਇਆ ਵੀ ਤੇ ਜਾ ਸਕਦਾ ਆ, ਗਲਤ ਵੀ ਤੇ ਪ੍ਰੈਜ਼ੈਂਟ ਕੀਤਾ ਜਾ ਸਕਦਾ ਆ। ਆਪਾਂ ਨੂੰ ਕੀ ਹੈ? ਆਪਾਂ ਨੂੰ ਸਰਮਾਇਆ ਚਾਹੀਦਾ, ਮਿਲ ਜਾਏਗਾ। ਹੋਇਆ ਕਿ ਅਲਟੀਮੇਟਲੀ ਲੋਕਾਂ ਦੀ ਜ਼ਿੰਦਗੀ ਖਰਾਬ ਹੋ ਗਈ। ਭਾਈ ਸਾਹਿਬ ਭਾਈ ਵੀਰ ਸਿੰਘ ਇਤਨੇ ਟੈਲੈਂਟਡ ਬੰਦੇ, ਲਿਟਰੇਚਰ ਦੀ ਦੁਨੀਆ 'ਚ ਕਮਾਲ ਹੈ ਉਹਨਾਂ ਦੀ, ਪਰ ਉਸ ਕਲਮ ਨਾਲ ਕੁਝ ਵੀ ਗਲਤ ਨਹੀਂ ਕੀਤਾ ਨਾ, ਨਹੀਂ ਕਰਨਾ। ਕਿਉਂ ਖਰਾਬ ਕਰਾਂਗੇ ਕਿਸੇ ਦਾ ਜੀਵਨ? ਜੋ ਲਿਖਿਆ ਕਮਾਲ ਲਿਖਿਆ। ਇਨ ਬਿਨ ਮਤਲਬ ਇਹੀ ਚੀਜ਼ ਆ। ਗੁਰੂ ਬਾਬਾ ਜੀ ਬਿਆਨ ਕਰਦੇ ਪੂਰੇ ਸਤਿਗੁਰ, ਇੰਨਾ ਵਿਜ਼ਨਰੀ ਕਿਹਨੇ ਬਣਾਇਆ ਹੋਏਗਾ? ਗੁਰੂ ਦੇ ਸਕੂਲ ਨੂੰ ਫੋਲੋ ਕੀਤਾ। ਮੇਰੇ ਗੁਰੂ ਦਾ ਹੁਕਮ ਹੈ, ਉਹਦੇ 'ਚ ਚੱਲਣਾ ਹੈ ਬਸ। ਭਗਤ ਪੂਰਨ ਸਿੰਘ, ਮਤਲਬ ਡਿਟਰਮੀਨੇਸ਼ਨ ਦੇਖੋ ਤੁਸੀਂ, ਡੈਡੀਕੇਸ਼ਨ ਦੇਖੋ ਬੰਦੇ ਦਾ। ਤੇ ਇਹ ਚੀਜ਼ਾਂ ਸਾਨੂੰ ਲੱਗਦਾ ਕਿ ਸ਼ਾਇਦ ਉਹ ਐਵੇਂ ਹੀ, ਮਾਫੀ ਚਾਹਾਂਗਾ ਮੈਂ ਵਰਡ ਯੂਜ਼ ਕਰ ਰਿਹਾ, ਲੂਲੇ ਲੰਗੜੇ ਲੋਕਾਂ ਨੂੰ ਉਹਨਾਂ ਦੀ ਸੇਵਾ 'ਚ ਲੱਗ ਗਏ। ਨਹੀਂ, ਬੰਦਾ ਅੰਦਰੋਂ ਭਰਿਆ ਆ, ਇੰਨਾ ਭਰਿਆ ਆ, ਕਿਸੇ ਦੇ ਪ੍ਰਤੀ ਨਫ਼ਰਤ ਹੈ ਹੀ ਨਹੀਂ, ਜਜਮੈਂਟ ਹੈ ਹੀ ਨਹੀਂ, ਰੱਬ ਦੀ ਜੋਤ ਸਮਝ ਕੇ ਕਰਨਾ। ਤੇ ਕਾਰਨ ਕੀ ਹੈ? ਲਿਟਰਸੀ। ਇੰਨਾ ਪੜ੍ਹ ਲਿਆ, ਇੰਨੀ ਸਮਝ ਡਿਵੈਲਪ ਹੋ ਗਈ, ਬਹੁਤ ਗਹਿਰੇ ਤਲ ਤੇ ਚੀਜ਼ਾਂ ਸਮਝ ਆ ਗਈਆਂ, ਜ਼ਿੰਦਗੀ ਦਾ ਮਕਸਦ ਹੀ ਸਮਝ ਆ ਗਿਆ। ਤੇ ਲਾਸਟ ਮਿਨਟ ਤੱਕ ਗੁਰੂ ਨੂੰ ਹੀ ਫੋਲੋ ਕੀਤਾ, ਬਸ ਗੁਰੂ ਦੇ ਰਾਹ ਤੇ ਤੁਰਨਾ ਆ। ਪੂਰਾ ਸਤਿਗੁਰ ਦੀ ਯਾਦ ਦਿਖਾਏ, ਆਪਣੇ ਸਤਿਗੁਰ ਕੋ ਸਦਬਲ ਜਾਈ। ਗੁਰੂ ਅਮਰਦਾਸ ਸਾਹਿਬ ਕਹਿੰਦੇ ਐਸੇ ਗੁਰੂ ਤੋਂ ਸਦਾ ਬਲਿਹਾਰ ਨਾ ਜਾਈਏ, ਹਮੇਸ਼ਾ ਹਰ ਵਕਤ ਉਹਦੇ ਨਾਲ ਆਪਣੀ ਐਸੋਸੀਏਸ਼ਨ ਬਣਾ ਕੇ ਰੱਖੀਏ। ਆਪਣੇ ਸਤਿਗੁਰ ਕੋ ਸਦਬਲ ਜਾਈ, ਗੁਰ ਕਿਰਪਾ ਤੇ ਹਰ ਮਨ ਵਸਾਈ। ਕਿਉਂਕਿ ਉਹਦੀ ਕਿਰਪਾ ਦੇ ਨਾਲ ਹੀ ਆ ਜਿਹੜੀ ਵਿਚਾਰ ਹੈ ਮਨ ਵਿੱਚ ਵਸ ਸਕਦੀ ਹੈ। ਹੁਣ ਇਸ ਨੂੰ ਸਾਹਿਬ ਨੇ ਹੁਣ ਤੱਕ ਤੇ ਬੜੇ ਮੈਟਾਫੋਰ ਵਿੱਚ ਬਿਆਨ ਕੀਤਾ, ਹੁਣ ਮਹਾਰਾਜ ਬਿਲਕੁਲ ਡਾਇਰੈਕਟ ਮੈਸੇਜ 'ਚ ਆ ਗਏ ਨੇ ਅਗਲੀਆਂ ਲਾਈਨਾਂ ਦੇ ਵਿੱਚ।
ਅਵਗੁਣ ਕਾਟ ਗੁਣ ਹਿਰਦੈ ਸਮਾਏ। ਆ ਆਇਆ ਸਰਮਾਇਆ। ਅਵਗੁਣ ਕਾਟ, ਔਗਣ ਦੇਖੋ, ਗੁਣ ਔਗਣ ਜਿਹੜਾ ਆ, ਜਿਹਨੂੰ ਗੁੱਡ ਜਾਂ ਬੈਡ ਡੀਡਸ ਅਸੀਂ ਕਹਿੰਦੇ ਹਾਂ, ਇਹ ਸਾਡਾ ਪਤਾ ਤੇ ਲੱਗਦਾ ਸਾਡੇ ਐਕਸ਼ਨਸ ਦੇ ਜ਼ਰੀਏ। ਵਟ ਕਾਈਂਡ ਆਫ ਪਰਸਨ ਆਰ ਵੀ, ਬਿਕੋਜ਼ ਵਟ ਆਰ ਆਵਰ ਚੋਇਸਿਸ ਵੈਨ ਵੀ ਲਿਵ ਇਨ ਦਿਸ ਵਰਲਡ। ਬਟ ਇਹ ਜਿਹੜੇ ਬੂਟੇ ਨੇ ਨਾ, ਸਾਰਿਆਂ ਦੀ ਜੜ ਜਿਹੜੀ ਹੈ, ਇਹ ਸਾਡੀ ਸੋਚ 'ਚ ਪਈ ਹੁੰਦੀ ਹੈ। ਕਿਉਂਕਿ ਬੰਦੇ ਦੀ ਸੋਚ ਵਿੱਚੋਂ ਹੀ ਉਹ ਕਾਣ ਪੈਦਾ ਹੁੰਦੀ ਹੈ। ਗੁਣ ਅਵਗੁਣ ਬਾਹਰ ਤੇ ਸਿਰਫ ਉਹਦੀ ਮੁਜ਼ਾਹਰੇਦਾਰੀ ਹੈ, ਉਹਦੀ ਜਿਹਨੂੰ ਕਹਿ ਲਓ ਕਿ ਇੱਕ ਤਰ੍ਹਾਂ ਦਾ ਅਸੀਂ ਜਿਹੜਾ ਹੈਗਾ ਉਸ ਨੂੰ ਪ੍ਰੈਜ਼ੈਂਟ ਕਰ ਰਹੇ ਹੈਗੇ ਆ, ਉਹਦੀ ਉਸ ਤਰੀਕੇ ਦੇ ਨਾਲ ਕਹਿ ਲਓ ਕਿ ਇੱਕ ਡੈਮੋਸਟ੍ਰੇਸ਼ਨ ਹੋ ਰਹੀ ਹੈ। ਜਿੱਥੋਂ ਪੈਦਾ ਹੋ ਰਿਹਾ ਉਹ ਤੇ ਅੰਦਰ ਦੀ ਸੋਚ ਆ। ਸਭ ਕਹਿੰਦੇ ਅਵਗੁਣ ਕਾਟ, ਜਦੋਂ ਸੋਚ ਵਿੱਚੋਂ ਹੀ ਉਹਦੀ ਜੜ ਵੱਢ ਦਿੱਤੀ, ਜਿਹਨੇ ਔਗੁਣ ਬੁਰਿਆਈ ਬੁਰਾਪਨ ਪੈਦਾ ਕਰਨਾ ਸੀਗਾ। ਗੁਣ ਹਿਰਦੈ ਸਮਾਏ, ਪੂਰੇ ਗੁਰ ਕੈ ਸਹਿਜ ਸੁਭਾਏ। ਤੇ ਇਹ ਪੂਰੇ ਗੁਰੂ ਨੇ ਸਹਿਜ ਸੁਭਾਏ ਆਪਣੇ ਆਪ। ਵਨ ਡੇ ਆਈ ਵਾਜ਼ describing some sort of psychological explanation of human mind, and someone has actually wrote me on that, भाई साहब जे आ चीज़ हो जाए ये तो कमाल ही हो जाए। we are discussing unconscious uncompatible, unconscious conscious uncompatible, conscious compatible, then unconscious compatible, 4 stages। तो ਕਹਿੰਦੇ ਬੰਦਾ ਅਨਕੌਂਸ਼ੀਅਸ ਕੰਪੈਟੀਬਲ ਹੋ ਜਾਏ, ਗਲਤੀ ਨਹੀਂ ਹੋਏਗੀ। ਤੇ ਜਿਹਨੂੰ ਅਸੀਂ ਕਹਿੰਦੇ ਨਾ, ਮਨ ਅਚੇਤ ਪਾਪ ਤੇ ਡਰ ਰੇ। ਮਤਲਬ ਅਚੇਤ ਮਨ ਵੀ, ਸੁੱਤਾ ਹੋਇਆ ਮਨ ਵੀ ਪਾਪ ਤੋਂ ਡਰੇ। ਕਮਾਲ ਨਹੀਂ ਗੀ। ਸੁਪਨੇ ਦੇ ਵਿੱਚ ਵੀ, ਮਤਲਬ ਜੇ ਕਿਤੇ ਕੋਈ ਚੀਜ਼ ਆਵੇ ਤੇ ਉਸ ਨੂੰ ਅਨਐਕਸੈਪਟੇਬਲ ਕਰ ਦਿੱਤਾ ਜਾਏ। No, that's not me. I cannot follow this path. ਕਮਾਲ ਨਹੀਂ ਗੀ। ਵੈਸੇ ਇਹ ਜਿਹੜੀ ਚੀਜ਼ ਆ, ਇਹਨੂੰ ਸਾਹਿਬ ਨੇ ਕਿਹਾ ਪੂਰੇ ਗੁਰੂ ਕੈ ਸਹਿਜ ਸੁਭਾਏ। ਇਹ ਪੂਰਾ ਗੁਰੂ ਉਹ ਤਰਸ ਕਰੇ ਤੇ ਇਹ ਸਹਿਜ ਸੁਭਾਅ ਬਣਦਾ ਆ। ਮਤਲਬ ਸਹਿਜ ਸੁਭਾਏ ਇੱਕ ਜੀਵਨ ਦਾ ਵਿਹਾਰ ਹੀ ਬਣ ਜਾਂਦਾ ਆ। ਪੂਰੇ ਗੁਰੂ ਕੀ ਸਾਚੀ ਬਾਣੀ। Can anyone follow this path? Is it possible to go in these directions? Babaji is saying, whatever your Guru has said here, it's ultimate truth. Pure Guru ki sachi bani. Sukhman antar sahaj samani. Man antar da sukh ਵੀ ਇਹੀ ਆ। ਤੇ ਇਹ ਤੇਰੀ ਐਫਰਟ ਨਾਲ ਨਹੀਂ ਬਣਨੀ, ਸਹਿਜ ਸਮਾਣੀ, ਉਹਦੇ ਤਰਸ ਨਾਲ, ਉਹਦੇ ਭਾਣੇ ਨਾਲ ਬਣਨੀ ਹੈ ਬਾਤ। ਇੱਕ ਅਚਰਜ ਜਨ ਦੇਖੋ ਭਾਈ, ਇੱਕ ਅਚਰਜ ਕੌਤਕ ਦਿਖਾਈਏ ਤੁਹਾਨੂੰ। ਕੀ ਮਹਾਰਾਜ ਦੁਬਿਧਾ ਮਾਰ ਹਰ ਮਨ ਵਸਾਏ। ਦੁਬਿਧਾ, ਡੁਐਲਿਟੀ। ਇੱਕ ਚੀਜ਼ ਪੱਕੀ ਰਹੇਗੀ, ਰੈਸ਼ਨਲ ਮਾਈਂਡ ਤੁਹਾਡੀ ਹਰ ਥਾਂ ਤੇ ਹੈਲਪ ਕਰਦਾ, ਪਰ ਸਪਿਰਿਚੁਅਲ ਸਾਈਡ ਤੇ ਇਹ ਹੈਲਪ ਘੱਟ ਕਰਦਾ, ਤੰਗ ਜ਼ਿਆਦਾ ਕਰਦਾ। ਕਿਉਂਕਿ ਹਰ ਚੀਜ਼ ਡਾਊਟ ਕ੍ਰੀਏਟ ਕਰਦਾ ਹੈ। ਤੇ ਉਸ ਡਾਊਟ ਨਾਲ ਐਸੀ ਹਾਲਤ ਬਣਦੀ ਹੈ, ਬੰਦਾ ਕੋਲ ਹੋ ਕੇ ਵੀ ਚੀਜ਼ ਨੂੰ, ਉਸ ਨੂੰ ਜੋੜ ਨਹੀਂ ਸਕਦਾ, ਉਹਨੂੰ ਫੋਲੋ ਨਹੀਂ ਕਰ ਪਾਉਂਦਾ। ਇਸ ਕਰਕੇ ਸਾਹਿਬ ਕਹਿੰਦੇ ਦੁਬਿਧਾ ਮਾਰ ਹਰ ਮਨ ਵਸਾਈ, ਨਾਮ ਅਮੋਲਕ ਨਾ ਪਾਇਆ ਜਾਏ। ਇਹ ਪ੍ਰੀਸ਼ੀਅਸ ਦਾਤ ਆ। ਇਹ ਕਿੱਥੇ ਆਪਣੇ ਜ਼ੋਰ ਨਾਲ ਕਿੱਥੇ ਆਉਂਦੀ ਹੈ? ਇਹ ਤੇ ਉਸ ਕਰਤਾਰੀ ਹਸਤੀ ਦਾ ਤਰਸਿਆ। ਗੁਰ ਪ੍ਰਸਾਦ ਵਸੈ ਮਨ ਆਏ, ਸਭ ਮੈਂ ਵਸੈ ਪ੍ਰਭ ਏਕੋ ਸੋਏ। ਬਾਕੀ ਸਭ ਵਿੱਚ ਉਹ ਆਪ ਹੀ ਵਸਣ ਵਾਲਾ ਆ। ਗੁਰਮਤੀ ਘਟ ਪ੍ਰਗਟ ਹੋਏ। ਗੁਰੂ ਕੀ ਮੱਤ ਜਿਹੜਾ ਕਿ ਬ੍ਰਿਜਿੰਗ ਹੋ ਜਾਏ ਵਿੱਚ, ਬਿਕੋਜ਼ ਇਫ ਵੀ ਹੈਵ ਕਨੈਕਸ਼ਨ ਟੂਵਰਡ that wise thought, ਘਟ ਪ੍ਰਗਟ ਹੋਏ, ਫਿਰ ਘਟ ਵਿੱਚ ਉਹ ਚੀਜ਼ ਰੌਸ਼ਨੀ ਹੋ ਜਾਂਦੀ ਹੈ। ਸਹਿਜੇ ਜਿਨ ਪ੍ਰਭ ਜਾਣ ਪਛਾਣਿਆ, ਜਿਸ ਨੇ ਇਸ ਚੀਜ਼ ਨੂੰ ਉਸ ਸਹਿਜ ਯੋਗ ਦੇ ਰਾਹ ਤੇ ਤੁਰਦਿਆਂ ਹੋਇਆਂ ਆਇਡੈਂਟੀਫਾਈ ਕਰ ਲਿਆ, ਪਹਿਚਾਨ ਲਿਆ। ਨਾਨਕ ਨਾਮ ਮਿਲੈ ਮਨ ਮਾਨਿਆ। ਹੈ ਨਾਨਕ, ਫਿਰ ਜਾਣੋ ਇਹ ਮਨ ਜਿਹੜਾ ਹੈ ਉਸ ਚੀਜ਼ 'ਚ ਮੰਨ ਗਿਆ, ਕਿਉਂਕਿ ਇਹੀ ਨਾਮ ਹੈ, ਇਹੀ ਨਾਮ ਦਾ ਰਾਹ ਆ।
ਸਹਿਬ ਰਹਿਮਤ ਕਰਨ ਇਹ ਨਾਲ ਮੀ ਵਾਕਿਆ ਜੋ ਚੰਗੇਰੀ ਪ੍ਰੇਰਣਾ ਮਿਲੇ ਗੁਰਮਤੀਏ ਹੋ ਸਕੀਏ ਇੰਨੀਆਂ ਕੁ ਬੇਨਤੀਆਂ ਨਾਲ ਖਿਬਾ ਭੁੱਲਾਂ ਗਲਤੀਆਂ ਨਾ ਚਤਾਰਿਓ ਕਿਰਸਾਨੀ ਸੰਘਰਸ਼ ਵਿੱਚ ਜੂਝਦੇ ਹੈ ਮਾਈ ਭਾਈ ਨੂੰ ਸਫਲਤਾ ਮਿਲੇ ਇਹ ਦਿਲੀ ਅਰਦਾਸ ਹੈ ਇੱਥੇ ਸਮਾਪਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।